ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਸੰਤ ਬਾਬਾ ਨਾਨਕ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਕੜੀ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਜਦੋਂ ਸੰਤ ਬਾਬਾ ਨਾਨਕ ਸਿੰਘ ਜੀ ਕਲੇਰੀ ਦੀਵਾਨ ਦੇ ਵਿੱਚ ਬੈਠ ਕੇ ਵਾਹਿਗੁਰੂ ਜੀ ਦੇ ਜਸ ਸੁਣਦੇ ਸੀ, ਕੀਰਤਨ ਸੁਣਦੇ ਸੀ, ਅਤੇ ਇਹ ਜਿਹੜਾ ਦੀਵਾਨ ਲੱਗਦਾ ਸੀ ਹੈ ਨਾ, ਬੜਾ ਸੁੰਦਰ ਅਤੇ ਬੜਾ ਮਨਮੋਹਨ ਸੀਗਾ। ਕਿਉਂ? ਸੱਜੇ ਪਾਸੇ ਜਿਹੜੀ ਸੀ ਉਹ ਸਿੰਘ ਬਹਿੰਦੇ ਸੀ, ਖੱਬੇ ਪਾਸੇ ਜਿਹੜੀਆਂ ਉਹ ਬੀਬੀਆਂ ਦੀ ਸੰਗਤ ਬੈਠਦੀ ਸੀ, ਅਤੇ ਗੱਬੇ ਜਿਹੜੀ ਸੀਗੀ ਜਿੱਥੇ ਟੋਆ ਪੱਟਿਆ ਹੁੰਦਾ ਸੀਗਾ ਉਹਦੇ ਵਿੱਚ ਜਿੰਨੇ ਵੀ ਮਹਾਂਪੁਰਖ ਹੁੰਦੇ ਸੀ ਉਹ ਬਹਿੰਦੇ ਹੁੰਦੇ ਸੀ। ਅਤੇ ਸਭ ਤੋਂ ਹੇਠਲੀ ਜਿਹੜੀ ਜਗ੍ਹਾ ਸੀ ਜਿਸ ਟੋਏ ਵਿੱਚ ਸੰਤ ਬਾਬਾ ਨਾਨਕ ਸਿੰਘ ਜੀ ਬੈਠੇ ਹੁੰਦੇ ਸੀ ਹੈ ਨਾ, ਅਤੇ ਇਹ ਦੀਵਾਨ ਜਦ ਇਸ ਤਰ੍ਹਾਂ ਜਿਹੜਾ ਲੱਗਦਾ ਦੂਰੋਂ ਨੇੜੋਂ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਸੀਗੀਆਂ, ਅਤੇ ਇਸ ਤਰ੍ਹਾਂ ਦੇ ਦੀਵਾਨ ਦੇ ਦਰਸ਼ਨ ਕਰਕੇ ਹੈ ਨਾ, ਜਿਵੇਂ ਜਿਹੜਾ ਬਬੀਹਾ ਹੈਗਾ ਸਵੰਤੀ ਬੂਦ ਮਿੰਨ ਦੇ ਉੱਤੇ ਤ੍ਰਿਪਤ ਹੋ ਜਾਂਦਾ, ਇਸ ਤਰ੍ਹਾਂ ਸੰਗਤਾਂ ਸਾਰੀਆਂ ਤ੍ਰਿਪਤ ਹੋ ਜਾਂਦੀਆਂ ਸੀਗੀਆਂ। ਸੋ ਇਸੇ ਤਰ੍ਹਾਂ ਹੈ ਨਾ ਕਰਦੇ ਕਰਦੇ ਜਦ ਦੂਰੋਂ ਨੇੜੋਂ ਸੰਗਤਾਂ ਆਉਂਦੀਆਂ ਸੀ, ਅਤੇ ਇੱਕ ਵਾਰ ਭਾਈ ਪੂਰਨ ਸਿੰਘ ਜਿਹੜੇ ਬ੍ਰਾਹਮਣ ਸੀਗੇ ਉਹ ਵੀ ਹੈ ਨਾ ਮਹਾਂਪੁਰਖਾਂ ਦਾ ਜਸ ਸੁਣ ਕੇ ਨਾਨਕਸਰ ਕਲੇਰੀ ਪਹੁੰਚੇ। ਜਦ ਪਹੁੰਚੇ ਅਤੇ ਬਾਬਾ ਨਾਨਕ ਸਿੰਘ ਹੁਣੀ ਜਿਹੜੇ ਸੀ ਉਸ ਟਾਈਮ ਕੀਰਤਨ ਸਰਵਣ ਕਰ ਰਹੇ ਸੀ। ਬਾਬਾ ਨਾਨਕ ਸਿੰਘ ਜੀ ਨੇ ਆਪਣੇ ਜਿਹੜੇ ਸਿੰਘ ਸੀਗੇ ਸਾਥੀ ਉਹਨਾਂ ਬਾਰੇ ਇਸ਼ਾਰਾ ਕਰਕੇ ਪੁੱਛਿਆ ਵੀ ਉਹ ਜਿਹੜੇ ਸੂਰਮਾ ਸਿੰਘ ਹੈਗੇ ਆ ਇਹ ਕੌਣ ਵਾ? ਅਤੇ ਫਿਰ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਦੱਸਿਆ ਕਿ ਇਹ ਹੈ ਨਾ ਭਾਈ ਪੂਰਨ ਸਿੰਘ ਜੀ ਆ, ਇਹਨਾਂ ਦਾ ਪਿੰਡ ਹੈਗਾ ਲੋਪੋ ਜਿਹੜਾ ਹੈ ਨਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ। ਅਤੇ ਮਹਾਂਪੁਰਖ ਜਦ ਇਹਨਾਂ ਦਾ ਸਾਰਾ ਜਿਹੜਾ ਸੀਗਾ ਉਹ ਪਤਾ ਪੁੱਛਿਆ ਮਹਾਂਪੁਰਖਾਂ ਨੇ ਅਤੇ ਅਤੀ ਪ੍ਰਸੰਨ ਹੋਏ। ਉਸ ਤੋਂ ਬਾਅਦ ਬਾਬਾ ਨਾਨਕ ਸਿੰਘ ਹੁਣਾਂ ਨੇ ਇਸ਼ਾਰਾ ਕਰਕੇ ਇਹਨਾਂ ਨੂੰ ਆਪਣੇ ਪਾਸ ਬੁਲਾਇਆ, ਅਤੇ ਭਾਈ ਪੂਰਨ ਸਿੰਘ ਦੀ ਜਿਹੜਾ ਪਹਿਲਾਂ ਤਾਂ ਉਹਨਾਂ ਨੇ ਘਰ ਦੀ ਜਿਹੜੀ ਕੁਸ਼ਲ ਆਨੰਦ ਸਾਰਾ ਕੁਛ ਪੁੱਛਿਆ। ਉਸ ਤੋਂ ਬਾਅਦ ਪੁੱਛਿਆ ਕਿ ਕੀ ਤੁਸੀਂ ਕੀਰਤਨ ਕਰ ਲੈਂਦੇ ਆ? ਅਤੇ ਫਿਰ ਭਾਈ ਪੂਰਨ ਸਿੰਘ ਜੀ ਕਹਿਣ ਲੱਗੇ ਜੀ ਹਾਂ, ਮੈਂ ਹੈ ਨਾ ਸਿੱਧਾ ਸਾਦਾ ਕੀਰਤਨ ਤਾਂ ਜਿਹੜਾ ਹੈਗਾ ਕਰਨਾ ਜਾਣਦਾ ਹੈਗਾ। ਅਤੇ ਜਦ ਇੰਨੀ ਗੱਲ ਹੋਈ ਤਾਂ ਬਾਬਾ ਨਾਨਕ ਸਿੰਘ ਹੁਣੀ ਜਿਹੜੇ ਸੀ ਬੜੇ ਪ੍ਰਸੰਨ ਹੋਏ। ਉਹ ਕਹਿਣ ਲੱਗੇ, ਕਹਿੰਦੇ ਭਾਈ ਸਾਨੂੰ ਵੀ ਸਿੱਧਾ ਕੀਰਤਨ ਚਾਹੀਦਾ, ਪੁੱਠੇ ਕੀਰਤਨ ਦਾ ਤਾਂ ਸਾਨੂੰ ਕਿਸੇ ਦੀ ਕੋਈ ਲੋੜ ਨਹੀਂ ਹੈ। ਸੰਨੇ ਤਾਂ ਬਿਲਕੁਲ ਸਿੱਧੀਆਂ ਧਾਰਨਾ ਸਿੱਧੇ ਕੀਰਤਨ ਵਾਲੇ ਜਿਹੜੇ ਹੈ ਨਾ ਜ਼ਿਆਦਾ ਮਨ ਪਾਉਂਦੇ ਆ। ਅਤੇ ਫਿਰ ਭਾਈ ਪੂਰਨ ਸਿੰਘ ਹੁਣਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ, ਕਹਿੰਦੇ ਅਗਰ ਤੁਸੀਂ ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ ਦੀਵਾਨ ਦੇ ਵਿੱਚ, ਅਤੇ ਮੈਂ ਤੁਹਾਨੂੰ ਆਪਣਾ ਜਿਹੜਾ ਹੈ ਨਾ ਕੀਰਤਨ ਹੈਗਾ ਸਿੱਧਾ ਜਿਹਾ ਉਹ ਸਰਵਣ ਕਰਾ ਸਕਾਂ। ਅਤੇ ਬਾਬਾ ਜੀ ਕਹਿਣ ਲੱਗੇ ਠੀਕ ਆ। ਬਾਬਾ ਨਾਨਕ ਸਿੰਘ ਹੁਣਾਂ ਨੇ ਨਾ ਬੜਾ ਜਿਹੜਾ ਸੀਗਾ ਉਹ ਖੁੱਲ੍ਹਾ ਟਾਈਮ ਹੈ ਨਾ ਭਾਈ ਪੂਰਨ ਸਿੰਘ ਹੁਣਾਂ ਨੂੰ ਦਿੱਤਾ। ਅਤੇ ਭਾਈ ਪੂਰਨ ਸਿੰਘ ਹੁਣਾਂ ਨੇ ਜਦੋਂ ਸਿੱਧਾ ਕੀਰਤਨ ਕੀਤਾ, ਸਿੱਧਾ ਕੀਰਤਨ ਦੇ ਵਿੱਚ ਉਹਨਾਂ ਨੇ ਹੈ ਨਾ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ 12 ਅਤੇ ਕਵਿਤ ਇਹਨਾਂ ਦੇ ਸ਼ਬਦ ਪੜ੍ਹੇ ਆ। ਇਹਨਾਂ ਦੇ ਸ਼ਬਦ ਪੜ੍ਹਨ ਤੋਂ ਬਾਅਦ ਇੰਨਾ ਕੀਰਤਨ ਦੇ ਵਿੱਚ ਰਸ ਅਤੇ ਆਨੰਦ ਵੱਜਿਆ, ਬਾਬਾ ਨਾਨਕ ਸਿੰਘ ਹੁਣੀ ਬਹੁਤ ਜ਼ਿਆਦਾ ਪ੍ਰਸੰਨ ਹੋਏ। ਜਦ ਕੀਰਤਨ ਦੀ ਸਮਾਪਤੀ ਹੋਈ, ਭੋਗ ਪਿਆ, ਅਤੇ ਬਾਬਾ ਨਾਨਕ ਸਿੰਘ ਹੁਣਾਂ ਨੇ ਭਾਈ ਪੂਰਨ ਸਿੰਘ ਹੁਣਾਂ ਨੂੰ ਪੁੱਛਿਆ, ਕਹਿੰਦੇ ਭਾਈ ਕੀਰਤਨ ਤਾਂ ਤੂੰ ਬਹੁਤ ਸੋਹਣਾ ਕਰ ਲੈਂਦਾ, ਆਵਾਜ਼ ਵੀ ਤੇਰੀ ਬਹੁਤ ਚੰਗੀ ਹੈਗੀ ਆ, ਅਤੇ ਲੱਗਦਾ ਬਾਣੀ ਵੀ ਜਿਹੜੀ ਹੈ ਨਾ ਕਾਫੀ ਹੱਦ ਤੱਕ ਤੁਹਾਨੂੰ ਯਾਦ ਹੈਗੀ ਆ। ਸੋ ਇਸ ਤਰ੍ਹਾਂ ਕਹਿਣ ਤੋਂ ਬਾਅਦ ਬਾਬਾ ਨਾਨਕ ਸਿੰਘ ਹੁਣਾਂ ਦੇ ਇੱਕ ਸੇਵਾਦਾਰ ਸੀ ਭਾਈ ਰਤਨ ਸਿੰਘ ਹੁਣੀ, ਜਿਹੜੇ ਹੈ ਨਾ ਕਲੇਰੀ ਪਿੰਡ ਰਹਿੰਦੇ ਸੀ ਉਹਨਾਂ ਟਾਈਮਾਂ 'ਚ। ਬਾਬਾ ਨਾਨਕ ਸਿੰਘ ਹੁਣਾਂ ਨੇ ਰਤਨ ਸਿੰਘ ਨੂੰ ਆਵਾਜ਼ ਮਾਰੀ, ਅਤੇ ਆਵਾਜ਼ ਮਾਰ ਕੇ ਕਹਿਣ ਲੱਗੇ, ਕਹਿੰਦੇ ਭਾਈ ਇਹ ਜਿਹੜਾ ਨਾ ਭਾਈ ਪੂਰਨ ਸਿੰਘ ਹੈਗਾ ਇਸ ਨੂੰ ਇੱਦਾਂ ਕਰ, ਆਪਣੇ ਘਰ ਜਾ ਕੇ ਆਰਾਮ ਕਰਾ। ਜਦ ਇੰਨੀ ਗੱਲ ਹੋਈ ਤਾਂ ਭਾਈ ਰਤਨ ਸਿੰਘ ਹੁਣੀ ਇਸ਼ਾਰਾ ਸਮਝ ਕੇ ਬਾਬਾ ਜੀ ਨੂੰ ਮੱਥਾ ਟੇਕ ਕੇ ਭਾਈ ਪੂਰਨ ਸਿੰਘ ਹੁਣਾਂ ਨੂੰ ਆਪਣੇ ਘਰ ਲੈ ਗਏ। ਅਤੇ ਉੱਥੇ ਜਾ ਕੇ ਹੈ ਨਾ ਭਾਈ ਪੂਰਨ ਸਿੰਘ ਹੁਣਾਂ ਦੀ ਜਿਹੜੀ ਹੈ ਨਾ ਆਓ ਭਗਤ ਜਿਹੜੀ ਸੇਵਾ ਸੀਗੀ ਇਹ ਭਾਈ ਸਾਹਿਬ ਭਾਈ ਰਤਨ ਸਿੰਘ ਹੁਣਾਂ ਨੇ ਆਪਣੇ ਘਰ ਕੀਤੀ। ਇਸ ਤਰ੍ਹਾਂ ਜਦ ਅੰਮ੍ਰਿਤ ਵੇਲਾ ਹੋਣਾ, ਅੰਮ੍ਰਿਤ ਵੇਲੇ ਹੈ ਨਾ ਭਾਈ ਰਤਨ ਸਿੰਘ ਹੁਣਾਂ ਨੇ ਭਾਈ ਪੂਰਨ ਸਿੰਘ ਹੁਣਾਂ ਨੂੰ ਆਪਣੇ ਘਰੋਂ ਜਿਹੜਾ ਸੀਗਾ ਬਾਬਾ ਜੀ ਦੇ ਦੀਵਾਨ ਦੇ ਵਿੱਚ ਲੈ ਆਉਣਾ, ਅਤੇ ਇੱਥੇ ਬਾਬਾ ਜੀ ਨੇ ਨਾ ਰੋਜ਼ ਜਿਹੜਾ ਕੀਰਤਨ ਸੀਗਾ ਭਾਈ ਪੂਰਨ ਸਿੰਘ ਹੁਣਾਂ ਤੋਂ ਜਿਹੜਾ ਹੈ ਨਾ ਰੋਜ਼ ਸਰਵਣ ਕਰਨਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਬਿਨਾਂ ਨਾਗਾ ਤਕਰੀਬਨ 1.25 ਮਹੀਨਾ ਨਾ ਭਾਈ ਪੂਰਨ ਸਿੰਘ ਹੁਣਾਂ ਨੇ ਕੀਰਤਨ ਦੀ ਹਾਜ਼ਰੀ ਭਰੀ। ਜਦ ਹਾਜ਼ਰੀ ਭਰੀ ਤਾਂ ਬਾਬਾ ਜੀ ਇਹਨਾਂ ਦਾ ਕੀਰਤਨ ਸਰਵਣ ਕਰਕੇ ਅਤੀ ਪ੍ਰਸੰਨ ਹੋਏ। ਉਸ ਤੋਂ ਬਾਅਦ ਬਾਬਾ ਨਾਨਕ ਸਿੰਘ ਹੁਣਾਂ ਨੇ ਨਾ ਭਾਈ ਪੂਰਨ ਸਿੰਘ ਹੁਣਾਂ ਨੂੰ ਜਦ 1.25 ਮਹੀਨਾ ਹੋਇਆ ਅਤੇ ਆਪਣੇ ਕੋਲ ਬੁਲਾਇਆ, ਕਹਿਣ ਲੱਗੇ ਵੀ ਤੁਸੀਂ ਹੈ ਨਾ ਸਾਨੂੰ ਆਪਣਾ ਕੀਰਤਨ ਸਰਵਣ ਕਰਾ ਕੇ ਸਾਨੂੰ ਇੰਨਾ ਪ੍ਰਸੰਨ ਕੀਤਾ ਕਿ ਸਾਨੂੰ ਹੈ ਨਾ ਬਾਬੇ ਨਾਨਕ ਦੇਵ ਜੀ ਦੇ ਚਰਨਾਂ ਦੇ ਨਾਲ ਤੁਸੀਂ ਜੋੜ ਦਿੱਤਾ ਹੈਗਾ। ਅਤੇ ਬਾਕੀ ਅਗਰ ਹੁਣ ਤੁਸੀਂ ਇਹ ਦੱਸੋ ਕਿ ਅਗਰ ਕੋਈ ਤੁਹਾਡੇ ਮਨ ਦੀ ਇੱਛਾ ਹੈਗੀ ਆ, ਕਿਸੇ ਚੀਜ਼ ਦੀ ਮੰਗ ਹੈਗੀ ਆ, ਅਤੇ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹਾਂ, ਅਤੇ ਅਸੀਂ ਤੁਹਾਨੂੰ ਹੈ ਨਾ ਬਾਬੇ ਨਾਨਕ ਦੇ ਪਾਸੋਂ ਦਵਾ ਦੇਈਏ। ਜਦ ਇਹ ਬਚਨ ਜਿਹੜਾ ਸੀਗਾ ਬਾਬਾ ਨਾਨਕ ਸਿੰਘ ਹੁਣਾਂ ਨੇ ਭਾਈ ਪੂਰਨ ਸਿੰਘ ਹੁਣਾਂ ਨੇ ਕੀਤਾ, ਅਤੇ ਫਿਰ ਭਾਈ ਪੂਰਨ ਸਿੰਘ ਹੁਣਾਂ ਨੇ ਹੈ ਨਾ ਹੱਥ ਜੋੜ ਕੇ ਬਾਬਾ ਨਾਨਕ ਸਿੰਘ ਹੁਣਾਂ ਦੇ ਅੱਗੇ ਬੇਨਤੀ ਕੀਤੀ
ਕਹਿੰਦੇ ਜੀ ਗੱਲ ਤਾਂ ਇੱਕ ਹੈਗੀ ਆ ਕਿ ਸਿੱਧਾ ਕੀਰਤਨ ਤਾਂ ਮੈਂ ਕਰ ਲੈਂਦਾ, ਪਰ ਮੈਨੂੰ ਰਾਗ ਵਿਦਿਆ ਦਾ ਕੋਈ ਗਿਆਨ ਨਹੀਂ, ਪਰ ਮੇਰੇ ਮਨ ਦੀ ਇੱਛਾ ਹੈਗੀ ਆ, ਇਹ ਸੰਕਲਪ ਆਉਂਦਾ ਫੁਰਦਾ ਕਈ ਵਾਰੀ ਕਿ ਅਗਰ ਮੈਨੂੰ ਹੈ ਨਾ ਰਾਗ ਵਿਦਿਆ ਆ ਜਾਵੇ, ਰਾਗ 'ਚ ਕੀਰਤਨ ਕਰਨਾ ਆ ਜਾਵੇ ਤਾਂ ਬਹੁਤ ਵਧੀਆ ਲੱਗੇਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਅਗਰ ਤੇਰੇ ਰਾਗਾਂ 'ਚ ਕੀਰਤਨ ਕਰਨ ਦੀ ਇੱਛਾ ਹੈਗੀ ਆ ਤਾਂ ਫਿਰ ਇਹ ਗੁਰੂ ਘਰੋਂ ਤੇਰੇ ਉੱਤੇ ਇੰਨੀ ਕਿਰਪਾ ਹੋਈ ਆ ਨਾ, ਇਹ ਵੀ ਤੇਰੀ ਜਿਹੜੀ ਇੱਛਾ ਹੈਗੀ ਉਹ ਪੂਰੀ ਹੋ ਜਾਊਗੀ। ਜਦ ਇੰਨੀ ਗੱਲ ਹੋਈ ਤਾਂ ਭਾਈ ਪੂਰਨ ਸਿੰਘ ਹੁਣਾਂ ਨੇ ਬਾਬਾ ਨੰਦ ਸਿੰਘ ਹੁਣਾਂ ਦੇ ਅੱਗੇ ਹੱਥ ਜੋੜ ਕੇ ਕਿਹਾ, ਬਾਬਾ ਜੀ ਅਗਰ ਤੁਸੀਂ ਮਿਹਰ ਕਰਦੇ ਹੋ ਨਾ ਤਾਂ ਤੁਹਾਡੇ ਵਾਸਤੇ ਕੋਈ ਗੱਲ ਵੱਡੀ ਗੱਲ ਨਹੀਂ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਨੰਦ ਸਿੰਘ ਹੁਣਾਂ ਨੇ ਆਖਿਆ, ਕਹਿੰਦੇ ਚੰਗਾ ਭਾਈ ਪੂਰਨ ਸਿੰਘ, ਤੂੰ ਉਸ ਤਰ੍ਹਾਂ ਕਰਿਆ ਕਰ, ਰਾਗ ਮਾਲਾ ਦਾ ਹੈ ਨਾ ਇੱਕ ਚਲੀਆ ਕੱਢ ਲਾ, ਤੇ ਜਦੋਂ ਤੇਰਾ ਚਲੀਆ ਪੂਰਾ ਹੋ ਜਾਊਗਾ ਫਿਰ ਤੈਨੂੰ ਰਾਗ ਮਾਲਾ ਦੇ ਵਿੱਚ ਜਿਹੜਾ ਨਾ ਰਾਗ ਆਪਣੇ ਆਪ ਫੁਰਨ ਲੱਗ ਪਊ। ਤਾਂ ਫਿਰ ਭਾਈ ਪੂਰਨ ਸਿੰਘ ਹੁਣਾਂ ਨੇ ਬਾਬਾ ਨੰਦ ਸਿੰਘ ਜੀ ਦੇ ਅੱਗੇ ਹੱਥ ਜੋੜ ਕੇ ਨਾ 7 ਵਚਨ ਕੀਤਾ ਤੇ ਘਰ ਚਲੇ ਗਏ। ਜਦ ਘਰ ਚਲੇ ਗਏ ਉੱਥੇ ਜਾ ਕੇ ਹੈ ਨਾ ਪਹਿਲਾਂ ਤਾਂ ਜਿਹੜੀ ਰਾਗ ਮਾਲਾ ਸੀਗੀ ਇਸ ਨੂੰ 2-4 ਦਿਨ ਜਿਹੜਾ ਸੀ ਪੜ੍ਹਿਆ, ਉਸ ਤੋਂ ਬਾਅਦ ਇਹ ਰਾਗ ਮਾਲਾ ਭਾਈ ਪੂਰਨ ਸਿੰਘ ਹੁਣਾਂ ਦੀ ਜਵਾਨੀ ਕੰਠ ਹੋ ਗਈ। ਉਸ ਤੋਂ ਬਾਅਦ ਫਿਰ ਨਾ ਭਾਈ ਪੂਰਨ ਸਿੰਘ ਹੁਣਾਂ ਨੇ ਤਕਰੀਬਨ 32 ਮਾਲਾ ਰੋਜ਼ ਦੀਆਂ ਰਾਗ ਮਾਲਾ ਦੀਆਂ ਜਿਹੜੀਆਂ ਨਾ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦ 32 ਮਾਲਾ ਰੋਜ਼ ਕਰਨੀਆਂ ਅਤੇ ਇਸ ਤਰ੍ਹਾਂ ਕਾਫੀ ਜਿਹੜਾ ਟਾਈਮ ਸੀਗਾ ਦਿਨ ਰਾਤ ਦਾ 32 ਮਾਲਾ ਪੂਰੀਆਂ ਕਰਨ ਵਿੱਚ ਲੱਗ ਜਾਂਦਾ। ਪਰ ਜਦੋਂ ਬਾਬਾ ਨੰਦ ਸਿੰਘ ਦਾ ਜਿਹੜਾ ਵਚਨ ਹੋਇਆ ਸੀ ਕਿ ਇੱਕ ਚਲੀਆ ਜਿਹੜਾ ਰਾਗ ਮਾਲਾ ਦਾ ਕੱਢ ਲਓ, ਅਤੇ 2 ਦਿਨ ਤਾਂ ਭਾਈ ਪੂਰਨ ਸਿੰਘ ਹੁਣੀ ਜਿਹੜੇ ਸੀ ਉਹ ਆਉਂਦੇ ਰਹੇ। ਤੀਸਰੇ ਦਿਨ ਦੀਵਾਨ ਵਿੱਚ ਨਹੀਂ ਪਹੁੰਚੇ। ਜਦ ਨਹੀਂ ਪਹੁੰਚੇ ਫਿਰ ਬਾਬਾ ਨੰਦ ਸਿੰਘ ਹੁਣਾਂ ਨੇ ਆਲਾ ਦੁਆਲਾ ਦੀਵਾਨ 'ਚ ਨਜ਼ਰ ਮਾਰੀ ਅਤੇ ਨਾਲ ਦੇ ਪ੍ਰੇਮੀਆਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਪੂਰਨ ਸਿੰਘ ਦੀਵਾਨ ਵਿੱਚ ਨਜ਼ਰ ਨਹੀਂ ਆਉਂਦੇ, ਕੀ ਗੱਲ ਕੀ ਆ? ਅਤੇ ਇੰਨੀ ਗੱਲ ਕਹਿਣ ਦੀ ਡੇਰ ਤਾਂ ਫਿਰ ਸੰਗਤਾਂ ਦੇ ਪ੍ਰੇਮੀਆਂ ਨੇ ਦੱਸਿਆ ਕਿ ਅੱਜ ਹੈ ਨਾ ਭਾਈ ਪੂਰਨ ਸਿੰਘ ਹੁਣ ਜਿਹੜੇ ਹੈਗੇ ਦੀਵਾਨ ਵਿੱਚ ਪਹੁੰਚੇ ਨਹੀਂ। ਇੰਨੀ ਗੱਲ ਹੋਈ ਅਤੇ ਫਿਰ ਬਾਬਾ ਨੰਦ ਸਿੰਘ ਹੁਣਾਂ ਨੇ ਹੈ ਨਾ ਇੱਕ ਜਿਹੜਾ ਸਿੰਘ ਜਿਹਦਾ ਨਾਂ ਭਾਈ ਨਿੱਕਾ ਸਿੰਘ ਸੀ ਉਹਨੂੰ ਇਸ਼ਾਰਾ ਕੀਤਾ, ਕਹਿਣ ਲੱਗੇ ਇੱਦਾਂ ਕਰ, ਦੌੜ ਕੇ ਜਾ ਕੇ ਨਾ ਭਾਈ ਪੂਰਨ ਸਿੰਘ ਹੁਣਾਂ ਨੂੰ ਦੀਵਾਨ ਵਿੱਚ ਬੁਲਾ ਕੇ ਲੈ ਕੇ ਆ। ਦੇਖੋ ਇਹ ਬਚਨ ਸੁਣਦੇ ਸਾਰ ਹੀ ਭਾਈ ਨਿੱਕਾ ਸਿੰਘ ਜਿਹੜੇ ਦੌੜ ਕੇ ਕਲੇਰੀ ਗਏ। ਉੱਥੋਂ ਭਾਈ ਪੂਰਨ ਸਿੰਘ ਹੁਣਾਂ ਨੂੰ ਹੈ ਨਾ ਬਾਬਾ ਜੀ ਦਾ ਸੁਨੇਹਾ ਦਿੱਤਾ ਕਿ ਬਾਬਾ ਜੀ ਨੇ ਕਿਹਾ ਤੁਸੀਂ ਹੁਣੇ ਦੀਵਾਨ 'ਚ ਪਹੁੰਚੋ। ਇੰਨੀ ਗੱਲ ਕਹਿਣ ਦੀ ਢੇਰ ਸੀ ਅਤੇ ਭਾਈ ਪੂਰਨ ਸਿੰਘ ਹੁਣੀ ਹੈ ਨਾ ਜਦ ਦੀਵਾਨ 'ਚ ਪਹੁੰਚੇ ਜਾ ਕੇ ਬਾਬਾ ਜੀ ਦੇ ਅੱਗੇ ਮੱਥਾ ਟੇਕਿਆ। ਬਾਬਾ ਜੀ ਨੇ ਫਿਰ ਹੈ ਨਾ ਭਾਈ ਪੂਰਨ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਪੂਰਨ ਸਿੰਘ ਕੀ ਗੱਲ ਅੱਜ ਤੁਸੀਂ ਦੀਵਾਨ ਵਿੱਚ ਕਾਹਤੇ ਨਹੀਂ ਪਹੁੰਚੇ? ਜਦ ਇੰਨੀ ਗੱਲ ਹੋਈ ਤਾਂ ਭਾਈ ਪੂਰਨ ਸਿੰਘ ਹੁਣਾਂ ਨੇ ਆਖਿਆ ਕਿ ਤੁਸੀਂ ਹੈ ਨਾ ਜਿਹੜਾ ਮੈਨੂੰ 32 ਮਾਲਾ ਰੋਜ਼ ਰਾਗ ਮਾਲਾ ਕਰਨ ਦਾ ਨਿਯਮ ਦੱਸਿਆ ਸੀਗਾ ਅਤੇ ਇਹ ਚਲੀਆ ਜਿਹੜਾ ਮੈਂ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਪਰ ਇਹ 32 ਮਾਲਾ ਜਿਹੜੀਆਂ ਹੈ ਨਾ ਕਰਨੀਆਂ ਇੰਨੀਆਂ ਮੁਸ਼ਕਿਲ ਹੈ ਮੇਰੇ ਵਾਸਤੇ ਕਿ ਦਿਨ ਰਾਤ ਮੈਨੂੰ ਮਿਹਨਤ ਜਿਹੜੀ ਹੈ ਇਹਦੇ ਉੱਤੇ ਕਰਨੀ ਪੈ ਰਹੀ ਆ, ਅਤੇ ਇਸ ਕਰਕੇ ਮੈਂ ਲੇਟ ਹੋ ਗਿਆ ਕਿਉਂਕਿ ਅਜੇ ਵੀ ਹੈ ਨਾ 2 ਮਾਲਾ ਜਿਹੜੀਆਂ ਮੇਰੀਆਂ ਰਾਗ ਮਾਲਾ ਦੀਆਂ ਕਰਨੀਆਂ ਬਾਕੀ ਹੈ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਪੂਰਨ ਸਿੰਘ ਕੋਈ ਗੱਲ ਨਹੀਂ, ਤੂੰ ਚਲੀਆ ਰਹਿਣ ਦੇ, ਇਸ ਤਰ੍ਹਾਂ ਕਰਿਆ ਕਰ, ਰੋਜ਼ ਆ ਕੇ ਹੈ ਨਾ ਸਾਨੂੰ ਜਿੱਦਾਂ ਦਾ ਵੀ ਤੈਨੂੰ ਕੀਰਤਨ ਸਿੱਧਾ ਸਾਦਾ ਆਉਂਦਾ ਸਾਨੂੰ ਸੰਗਤ ਦੇ ਵਿੱਚ ਸੁਣਾਇਆ ਕਰ, ਅਤੇ ਤੇਰੇ ਕੀਰਤਨ ਸੁਣਾਉਣ ਦੇ ਨਾਲ ਹੀ ਤੈਨੂੰ ਚਲੀਆ ਕੱਢਣ ਦੀ ਕੋਈ ਲੋੜ ਨਹੀਂ ਪੈਣੀ। ਅਤੇ ਰਾਗ ਮਾਲਾ ਜਿਹੜੀ ਹੈ ਨਾ ਇਹਦੀ ਕਿਰਪਾ ਸਦਕਾ ਗੁਰੂ ਬਾਬੇ ਨਾਨਕ ਦੀ ਮਿਹਰ ਸਦਕਾ ਰਾਗ ਤੇਰੇ ਅੰਦਰ ਆਪਣੇ ਆਪ ਹੀ ਫੁਰਨ ਲੱਗ ਪੈਣਾ ਹੈ। ਜਦ ਇੰਨੀ ਗੱਲ ਹੋਈ ਤਾਂ ਦੇਖੋ ਭਾਈ ਪੂਰਨ ਸਿੰਘ ਹੁਣੀ ਜਿਹੜੇ ਸੀ ਉਹ ਬਹੁਤ ਜ਼ਿਆਦਾ ਪ੍ਰਸੰਨ ਹੋਏ। ਉਸ ਤੋਂ ਬਾਅਦ ਫਿਰ ਭਾਈ ਪੂਰਨ ਸਿੰਘ ਹੁਣਾਂ ਨੇ ਬਿਨਾਂ ਨਾਗਾ ਬਾਬਾ ਨੰਦ ਸਿੰਘ ਜੀ ਦੇ ਜਿਹੜੇ ਦੀਵਾਨ ਦੇ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਜਦ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਐਸਾ ਕੀਰਤਨ ਦੀ ਜਿਹੜੀ ਕਿਰਪਾ ਸੀ ਭਾਈ ਪੂਰਨ ਸਿੰਘ ਹੁਣਾਂ 'ਤੇ ਬਾਬਾ ਨੰਦ ਸਿੰਘ ਦੀ ਇਹ ਜਿਹੜੀ ਹੈ ਮਿਹਰ ਸਦਕਾ ਹੋਈ ਆ ਕਿ ਹੌਲੀ ਹੌਲੀ ਹੈ ਨਾ ਭਾਈ ਪੂਰਨ ਸਿੰਘ ਹੁਣਾਂ ਨੂੰ ਰਾਗ ਮਾਲਾ ਦੀ ਜਿਹੜੀ ਸੋਝੀ ਸੀ ਉਹ ਆਪਣੇ ਆਪ ਹੀ ਆਉਣੀ ਸ਼ੁਰੂ ਹੋ ਗਈ। ਆਪਣੇ ਆਪ ਹੀ ਜਿਹੜਾ ਨਾ ਰਾਗ ਮਾਲਾ ਦਾ ਜਿਹੜਾ ਸੀਗਾ ਉਹ ਫੁਰਨਾ ਜਿਹੜਾ ਸੀ ਅੰਦਰੋਂ ਫੁਰਨ ਲੱਗ ਪਿਆ। ਜਦ ਫੁਰਨ ਲੱਗ ਪਿਆ ਅਤੇ ਫਿਰ ਸਮਾਂ ਆਇਆ ਜਦ ਫਿਰ ਭਾਈ ਪੂਰਨ ਸਿੰਘ ਹੁਣੀ ਰਾਗ ਮਾਲਾ ਦੇ ਵਿੱਚ ਐਸੇ ਨਿਪੁੰਨ ਹੋਏ ਆ ਕਿ ਉਸ ਟਾਈਮ ਫਿਰ ਵੱਡੇ ਵੱਡੇ ਰਾਗੀਆਂ ਵਿੱਚ ਵੀ ਹੈ ਨਾ ਭਾਈ ਪੂਰਨ ਸਿੰਘ ਹੁਣੀ ਜਦ ਵੀ ਕਦੇ ਜਿਹੜਾ ਹੈਗਾ ਕਦੀ ਕੋਈ ਮੁਕਾਬਲਾ ਜਿਹੜਾ ਸੀ ਰਾਗ ਵਿਦਿਆ ਦਾ ਹੁੰਦਾ ਤਾਂ ਭਾਈ ਪੂਰਨ ਸਿੰਘ ਹੁਣੀ ਜਿਹੜੇ ਸੀਗੇ ਉਹ ਹਮੇਸ਼ਾ ਫਸਟ ਆਉਂਦੇ, ਪਹਿਲੇ ਨੰਬਰ 'ਤੇ ਆਉਂਦੇ। ਇਹ ਸਾਰੀ ਜਿਹੜੀ ਕਿਰਪਾ ਨਾ ਇਹ ਬਾਬਾ ਨੰਦ ਸਿੰਘ ਜੀ ਦੀ ਇਹ ਵੀ ਭਾਈ ਪੂਰਨ ਸਿੰਘ ਹੁਣਾਂ 'ਤੇ ਹੋਈ ਸੀ, ਜਿਨ੍ਹਾਂ ਨੇ ਦੇਖੋ ਸਿੱਧੇ ਸਾਦੇ ਕੀਰਤਨ ਤੋਂ ਰਾਗ ਵਿਦਿਆ ਦੇ ਵਿੱਚ ਜਿਹੜੀ ਸੀ ਪੂਰਨ ਨਿਪੁੰਨਤਾ ਜਿਹੜੀ ਸੀ ਹਾਸਲ ਕਰ ਲਈ ਸੀ। ਉਸ ਤੋਂ ਬਾਅਦ ਫਿਰ ਬਾਬਾ ਜੀ ਖਾਸ ਕਰਕੇ ਸੰਤ ਬਾਬਾ ਮਹਾ ਹਰਨਾਮ ਸਿੰਘ ਹੋਣੀ ਜਿਹੜੇ ਆਪਣੇ ਗੁਰਦੇਵ ਸੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਹਨ ਪੁੱਜੋ ਗਏ। ਜਦ ਪੁੱਜੋ ਗਏ 2 ਦਿਨ ਹਨ ਬਾਬਾ ਨੰਦ ਸਿੰਘ ਹੋਣੀ ਮਹਾਂਪੁਰਖਾਂ ਦੇ ਜਿਹੜੇ ਸੀਗੇ ਉਹ ਸੇਵਾ ਦੇ ਵਿੱਚ ਰਹੇ ਆ। 2 ਦਿਨ ਬਾਅਦ ਫਿਰ ਆਗਿਆ ਪਾ ਕੇ ਜਦ ਵਾਪਸ ਕਲੇਰੀ ਆਉਣ ਲੱਗੇ
ਤੇ ਉਸ ਟਾਈਮ ਹੈ ਨਾ ਭਾਈ ਸੁਲੱਖਣ ਸਿੰਘ ਜਿਹੜੇ ਸੀਗੇ ਉਹ ਬਾਬਾ ਨੰਦ ਸਿੰਘ ਹੁਣਾਂ ਦੇ ਨਾਲ ਸੀਗੇ। ਇਸ ਤਰ੍ਹਾਂ ਜਦੋਂ ਦੋਨੇ ਜਣੇ ਤੁਰਦੇ ਰਸਤੇ 'ਚ ਆਏ, ਰਸਤੇ ਦੇ ਵਿੱਚ ਇੱਕ ਸੁੱਕੀ ਛਪੜੀ ਸੀਗੀ ਤੇ ਜਿਹਦੇ ਦੁਆਲੇ ਹੈ ਨਾ ਆਲੇ ਦੁਆਲੇ ਬੜੇ ਦਰਖਤ ਸੀਗੇ। ਤੇ ਬਾਬਾ ਨੰਦ ਸਿੰਘ ਹੁਣਾਂ ਨੇ ਜਦੋਂ ਇਹ ਜਗ੍ਹਾ ਦੇਖੀ ਤਾਂ ਮਨ ਨੂੰ ਬੜੀ ਇਹ ਜਗ੍ਹਾ ਸੁਹਾਵਣੀ ਲੱਗੀ। ਉਸ ਟਾਈਮ ਬਾਬਾ ਨੰਦ ਸਿੰਘ ਹੁਣਾਂ ਨੇ ਨਾ ਭਾਈ ਸੁਲੱਖਣ ਸਿੰਘ ਹੁਣਾਂ ਨੂੰ ਇਹ ਆਖਿਆ, ਕਹਿੰਦੇ ਵੀ ਭਾਈ ਸੁਲੱਖਣ ਸਿੰਘ ਤੂੰ ਇਸ ਤਰ੍ਹਾਂ ਕਰ ਵੀ ਲਹਿਰੇ ਖਾਨੇ ਚਲੇ ਜਾ, ਉੱਥੇ ਹੁਣ ਜਾ ਕੇ ਹੈ ਨਾ ਸੰਤ ਬਦਾਵਾ ਸਿੰਘ ਜਿਹੜੇ ਹੈਗੇ ਆ ਉਹਨਾਂ ਨੂੰ ਸਾਡਾ ਸੁਨੇਹਾ ਦਿਓ ਕਿ ਅਸੀਂ ਆਪ ਜੀ ਦੇ ਦਰਸ਼ਨ ਕਰਨੇ ਆ। ਜਦ ਇੰਨੀ ਗੱਲ ਹੋਈ ਤਾਂ ਭਾਈ ਸੁਲੱਖਣ ਸਿੰਘ ਹੁਣ ਜਿਹੜੇ ਸਿੱਧੇ ਜਿਹੜੇ ਉਹ ਲਹਿਰੇ ਖਾਨੇ ਸੰਤ ਬਦਾਵਾ ਸਿੰਘ ਹੁਣਾਂ ਨੂੰ ਜਿਹੜੇ ਮੰਨ ਚਲੇ ਗਏ, ਕਿਉਂਕਿ ਸੰਤ ਬਦਾਵਾ ਸਿੰਘ ਜਿਹੜੇ ਸੀਗੇ ਬਾਬਾ ਨੰਦ ਸਿੰਘ ਹੁਣਾਂ ਦੇ ਵਿਦਿਆ ਗੁਰੂ ਹੋਏ ਆ। ਦੇਖੋ, ਕਿਉਂਕਿ ਸੰਤ ਬਾਬਾ ਬਦਾਵਾ ਸਿੰਘ ਹੁਣਾਂ ਦੇ ਮਨ ਦੀ ਵੀ ਜਿਹੜੀ ਇੱਛਾ ਸੀਗੀ ਕਿ ਕਦੋਂ ਬਾਬਾ ਨੰਦ ਸਿੰਘ ਹੁਣੀ ਜਿਹੜੇ ਆ ਉਹ ਮੈਨੂੰ ਆਪਣੇ ਪਾਸ ਬੁਲਾਉਣਗੇ ਤਾਂ ਅਸੀਂ ਉਹਨਾਂ ਦੇ ਦਰਸ਼ਨ ਕਰੀਏ। ਇਹ ਜਿਹੜਾ ਦਰਸ਼ਨ ਦਾ ਸੁਨੇਹਾ ਸੀ ਸੁਣਦੇ ਸਾਰੀ ਸੰਤ ਬਦਾਵਾ ਸਿੰਘ ਹੁਣੀ ਜਿਹੜੇ ਸੀ ਕੁਛ ਪ੍ਰੇਮੀਆਂ ਦੇ ਨਾਲ ਕੁਛ ਭਟਾਵਾਂ ਲੈ ਕੇ ਨਾ ਬਾਬਾ ਨੰਦ ਸਿੰਘ ਦੇ ਪਾਸ ਉਹ ਸੁੱਕੇ ਛੱਪੜ ਦੇ ਕੋਲ ਪਹੁੰਚੇ। ਇੱਥੇ ਆ ਕੇ ਫਿਰ ਸੰਤ ਬਦਾਵਾ ਸਿੰਘ ਹੁਣਾਂ ਨੇ ਨਾ ਬਾਬਾ ਨੰਦ ਸਿੰਘ ਹੁਣਾਂ ਬੜੇ ਪ੍ਰੇਮ ਦੇ ਨਾਲ ਮੱਥਾ ਟੇਕਿਆ, ਗਲਵਕੜੀ ਲਈ। ਉਸ ਤੋਂ ਬਾਅਦ ਕਿਉਂਕਿ ਸੰਤ ਬਦਾਵਾ ਸਿੰਘ ਹੁਣੀ ਬਾਬਾ ਨੰਦ ਸਿੰਘ ਹੁਣਾਂ ਦੇ ਵਿਦਿਆ ਗੁਰੂ ਸੀਗੇ, ਇਸ ਕਰਕੇ ਵਿਦਿਆ ਗੁਰੂ ਦੇ ਸਤਿਕਾਰ ਕਰਕੇ ਹਨ ਬਾਬਾ ਨੰਦ ਸਿੰਘ ਹੁਣਾਂ ਨੇ ਜਿਹੜਾ ਆਪਣਾ ਆਸਣ ਸੀਗਾ ਉਸ ਆਸਣ ਦੇ ਉੱਤੇ ਹਨ ਸੰਤ ਬਦਾਵਾ ਸਿੰਘ ਹੁਣਾਂ ਨੂੰ ਬਿਠਾ ਲਿਆ ਤੇ ਆਪ ਹਨ ਭੁੰਜੇ ਹੇਠਾਂ ਜ਼ਮੀਨ 'ਤੇ ਬੈਠ ਗਏ। ਦੇਖੋ ਇੰਨਾ ਭਰਾ ਜਿਹੜਾ ਸਤਿਕਾਰ ਵਾਨ ਆਪਣੇ ਵਿਦਿਆ ਗੁਰੂ ਦਾ ਜਿਹੜਾ ਸੀਗਾ ਉਹਨਾਂ ਨੇ। ਉਸ ਤੋਂ ਬਾਅਦ ਫਿਰ ਕੁਛ ਪਲ ਜਿਹੜੇ ਸੀ ਉਹ ਬਚਨ ਵਿਲਾਸ ਹੋਏ। ਬਚਨ ਵਿਲਾਸਾਂ ਤੋਂ ਬਾਅਦ ਸੰਤ ਬਦਾਵਾ ਸਿੰਘ ਹੁਣਾਂ ਨੇ ਬਾਬਾ ਨੰਦ ਸਿੰਘ ਹੁਣਾਂ ਨੂੰ ਇਹ ਆਖਿਆ ਕਿ ਸਾਡਾ ਚਿੱਤ ਕਰਦਾ ਕਿ ਤੁਸੀਂ ਹੈ ਨਾ ਕੁਛ ਸਮਾਂ ਜਿਹੜਾ ਹੈ ਨਾ ਇੱਥੇ ਰਹਿ ਕੇ ਸਾਨੂੰ ਖੁੱਲ੍ਹੇ ਦਰਸ਼ਨ ਦਿਓ, ਤਾਂ ਜੋ ਅਸੀਂ ਤੁਹਾਡੇ ਹੈ ਨਾ ਦਰਸ਼ਨ ਕਰਦੇ ਜਿਹੜੇ ਸੀ ਆਪਣੀ ਜਿਹੜੀਆਂ ਮਨ ਦੀਆਂ ਭਾਵਨਾਵਾਂ ਜੋ ਅੰਦਰ ਸੰਕਲਪ ਫੁਰਨੇ ਆ ਉਹਨਾਂ ਸੰਕਲਪ ਫੁਰਨਿਆਂ ਨੂੰ ਆਨੰਦ ਦੇ ਵਿੱਚ ਲੈ ਕੇ ਚੱਲੀਏ। ਜਦ ਇਹ ਬਚਨ ਸੰਤ ਬਦਾਵਾ ਸਿੰਘ ਹੁਣਾਂ ਨੇ ਨਾ ਬਾਬਾ ਨੰਦ ਸਿੰਘ ਹੁਣਾਂ ਨੇ ਕੀਤਾ ਸੀਗਾ, ਫਿਰ ਬਾਬਾ ਨੰਦ ਸਿੰਘ ਹੁਣਾਂ ਨੇ ਭਾਈ ਸੁਲੱਖਣ ਸਿੰਘ ਨੂੰ ਇਹ ਆਖਿਆ, ਕਹਿੰਦੇ ਵੀ ਲੱਗਦਾ ਹੈਗਾ ਕਿ ਆ ਜਿਹੜਾ ਹੈ ਨਾ ਸਿਆਲ ਆਪਾਂ ਨੂੰ ਹੁਣ ਇੱਥੇ ਕੱਟਣਾ ਪਊਗਾ, ਇਸ ਕਰਕੇ ਇੱਥੇ ਹੁਣ ਆਪਾਂ ਹੈ ਨਾ ਪੱਕਾ ਡੇਰਾ ਲਾਈਏ। ਉਸ ਤੋਂ ਬਾਅਦ ਸੰਤ ਬਦਾਵਾ ਸਿੰਘ ਹੁਣੀ ਇਹ ਵੀ ਹੈ ਨਾ ਪੁੱਛੋ ਜਿਹੜੇ ਸੀਗੇ ਇਹ ਮਹਾਂਪੁਰਖ ਦੇ ਦਰਸ਼ਨ ਕਰਨ ਪਹੁੰਚੇ। ਉੱਥੇ 2-4 ਦਿਨ ਰਹਿ ਕੇ ਦੁਬਾਰਾ ਫਿਰ ਜਿਹੜੇ ਸੀ ਇਸੇ ਹੀ ਛੱਪੜੀ ਉੱਤੇ ਜਿੱਥੇ ਸੰਤ ਬਾਬਾ ਨੰਦ ਸਿੰਘ ਹੁਣੀ ਬੈਠੇ ਸੀਗੇ ਇੱਥੇ ਪਹੁੰਚੇ। ਇੱਥੇ ਪਹੁੰਚ ਕੇ ਇੱਥੇ ਹੀ ਜਿਹੜੇ ਸੀਗੇ ਬਾਬਾ ਨੰਦ ਸਿੰਘ ਹੁਣਾਂ ਦਾ ਜਿਹੜਾ ਆਸਣ ਸੀਗਾ ਜਾਂ ਜੋ ਟਿਕਾਣਾ ਸੀਗਾ ਇੱਥੇ ਸੰਤ ਬਦਾਵਾ ਸਿੰਘ ਹੁਣਾਂ ਨੇ ਨਾ ਹੋਰ ਸਾਰੀਆਂ ਭਟਾਵਾਂ ਅਤੇ ਬਾਕੀ ਜਿਹੜੇ ਬਸਤਰ ਸੀਗੇ ਇੱਥੇ ਰੱਖ ਕੇ ਹੈ ਨਾ ਇਸ ਜਗ੍ਹਾ ਨੂੰ ਭਾਗ ਲਾਤੇ ਆ। ਦੇਖੋ ਐਸੇ ਭਾਗ ਲੱਗੇ ਆਲੇ ਦੁਆਲੇ ਦੀ ਜਿਸ ਸੰਗਤ ਨੂੰ ਪਤਾ ਲੱਗਾ ਵੀ ਬਾਬਾ ਨੰਦ ਸਿੰਘ ਹੁਣੀ ਛੱਪੜੀ 'ਤੇ ਆ ਕੇ ਬੈਠ ਗਏ ਆ, ਆਲੇ ਦੁਆਲੇ ਪਿੰਡਾਂ ਤੋਂ ਸੰਗਤ ਆਉਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਇੱਕ ਭਾਈ ਸਰੈਣ ਸਿੰਘ ਜੀ ਹੋਏ ਆ, ਇਹ ਵੀ ਹੈ ਨਾ ਬਾਬਾ ਜੀ ਦੇ ਦਰਸ਼ਨ ਕਰਨ ਪਹੁੰਚੇ ਅਤੇ ਇਹ ਪੱਕੇ ਤੌਰ 'ਤੇ ਹੈ ਨਾ ਬਾਬਾ ਜੀ ਦੀ ਸੇਵਾ ਦੇ ਵਿੱਚ ਲੱਗ ਪਿਆ ਸੀ। ਭਾਈ ਸਰੈਣ ਸਿੰਘ ਹੁਣੀ ਜਿਹੜੇ ਸੀਗੇ ਕਿਉਂਕਿ ਸਿਆਲ ਦਾ ਸਮਾਂ ਸੀਗਾ ਅਤੇ ਇੱਕ ਦਿਨ ਦੁਪਹਿਰ ਨੂੰ ਬਾਬਾ ਨੰਦ ਸਿੰਘ ਵਾਸਤੇ ਇਸੇ ਜਗ੍ਹਾ ਦੇ ਉੱਤੇ ਪਾਣੀ ਗਰਮ ਕਰ ਰਹੇ ਸੀ ਅਤੇ ਜਦ ਪਾਣੀ ਗਰਮ ਕਰ ਰਹੇ ਸੀਗੇ ਤਾਂ ਆਪਣੀਆਂ ਬਾਹਾਂ ਟੰਗੀਆਂ ਹੋਈਆਂ ਸੀਗੀਆਂ ਅਤੇ ਉਸ ਟਾਈਮ ਜਦ ਟੰਗੀਆਂ ਬਾਹਾਂ ਸੀਗਾ ਤਾਂ ਭਾਈ ਸੁਲੱਖਣ ਸਿੰਘ ਜੀ ਨੇ ਕੀ ਦੇਖਿਆ ਕਿ ਸਰੈਣ ਸਿੰਘ ਨੇ ਹੈ ਨਾ ਆਪਣੀ ਜਿਹੜੀ ਇੱਕ ਬਾਂਹ ਹੈਗੀ ਉੱਤੇ ਤਵੀਤ ਬੰਨਿਆ ਹੋਇਆ ਹੈ। ਜਦ ਤਵੀਤ ਬੰਨਿਆ ਦੇਖਿਆ ਉਸ ਟਾਈਮ ਭਾਈ ਸੁਲੱਖਣ ਸਿੰਘ ਹੁਣਾਂ ਨੇ ਭਾਈ ਸਰੈਣ ਸਿੰਘ ਜੀ ਦੀ ਬਾਂਹ ਦੇ ਤਾਂ ਭਾਈ ਸੁਲੱਖਣ ਸਿੰਘ ਹੁਣਾਂ ਨੇ ਹੈ ਨਾ ਭਾਈ ਸਰੈਣ ਸਿੰਘ ਨੂੰ ਆਖਿਆ, ਕਹਿੰਦੇ ਭਾਈ ਅੱਜ ਬਾਬਾ ਜੀ ਤੋਂ ਤੇਰੀ ਸ਼ਿਕਾਇਤ ਲਾਉਣੀ ਆ ਕਿਉਂਕਿ ਤੂੰ ਹੈ ਨਾ ਸਿੱਖ ਹੋ ਕੇ ਆਪਣੀ ਬਾਂਹ ਦੇ ਉੱਤੇ ਤਵੀਤ ਬੰਨੀ ਫਿਰਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਸਰੈਣ ਸਿੰਘ ਕਹਿਣ ਲੱਗਾ ਵੀ ਗੱਲ ਤਾਂ ਤੇਰੀ ਠੀਕ ਆ, ਚਲੋ ਅਗਰ ਤੂੰ ਸ਼ਿਕਾਇਤ ਲਾਊਂਗਾ ਵੀ ਤਾਂ ਵੀ ਸਾਨੂੰ ਹੈ ਨਾ ਬਾਬਾ ਜੀ ਦੀਆਂ ਜੋ ਬਚਨ ਵਿਲਾਸ ਹੈਗੇ ਉਹ ਸੁਣਦਾ ਸਾਨੂੰ ਸਮਾਂ ਮਿਲ ਜਾਊਗਾ। ਉਸ ਤੋਂ ਬਾਅਦ ਜਦੋਂ ਬਾਬਾ ਨੰਦ ਸਿੰਘ ਹੁਣੀ ਜਿਹੜੇ ਸੀਗੇ ਕੋਲ ਪਹੁੰਚੇ ਆ ਤਾਂ ਭਾਈ ਸੁਲੱਖਣ ਸਿੰਘ ਹੁਣਾਂ ਨੇ ਬਾਬਾ ਨੰਦ ਸਿੰਘ ਹੁਣਾਂ ਨੂੰ ਇਹ ਆਖ ਦਿੱਤਾ, ਕਹਿੰਦੇ ਵੀ ਦੇਖੋ ਭਾਈ ਵੀ ਭਾਈ ਸਰੈਣ ਸਿੰਘ ਹੁਣੀ ਦੇਖੋ ਆਪਣੇ ਹੈ ਨਾ ਬਾਂਹ ਦੇ ਉੱਤੇ ਕਿ ਉਹ ਤਵੀਤ ਬੰਨੀ ਫਿਰਦੇ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਨੰਦ ਸਿੰਘ ਹੁਣਾਂ ਨੇ ਹੈ ਨਾ ਭਾਈ ਸਰੈਣ ਸਿੰਘ ਹੁਣਾਂ ਨੂੰ ਪੁੱਛਿਆ, ਕਹਿੰਦੇ ਵੀ ਇਹ ਦੱਸ ਵੀ ਤੂੰ ਤਵੀਤ ਕਾਹਦੇ ਬੰਨਿਆ ਹੈਗਾ। ਅਤੇ ਫਿਰ ਭਾਈ ਸਰੈਣ ਸਿੰਘ ਹੁਣਾਂ ਨੇ ਆਖਿਆ, ਕਹਿੰਦੇ ਵੀ ਗੱਲ ਇੱਕ ਹੈ ਆ ਕਿ ਇਹ ਜਿਹੜਾ ਤਵੀਤ ਹੈਗਾ ਨਾ ਇਹ ਮੈਂ ਕਿਸੇ ਮੁਸਲਮਾਨ ਪਾਸੋਂ ਲਿਆ ਹੈਗਾ। ਇਹ ਤਵੀਤ ਜਿਹੜਾ ਹੈਗਾ ਇਹ ਮੇਰੇ ਘਰ ਔਲਾਦ ਨਹੀਂ ਹੁੰਦੀ ਅਤੇ ਮੈਂ ਇਸ ਕਰਕੇ ਮੁਸਲਮਾਨ ਤੋਂ ਇਹ ਤਵੀਤ ਬਣਾਇਆ ਵੀ ਮੇਰੇ ਘਰ ਹੈ ਨਾ ਮੁੰਡੇ ਦੀ ਔਲਾਦ ਹੋ ਜਾਵੇ, ਪੁੱਤਰ ਦੀ ਔਲਾਦ ਹੋਵੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਨੰਦ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਦੇਖ ਭਾਈ ਗੁਰੂ ਨਾਨਕ ਦੇ ਘਰ ਦੇ ਵਿੱਚ ਨਾ ਸਾਰੀਆਂ ਬਰਕਤਾਂ ਹੈਗੀਆਂ, ਕੱਲੀਆਂ ਬਾਬੇ ਨਾਨਕ ਦੇ ਘਰ 'ਚ ਨਹੀਂ, ਬਾਬੇ ਨਾਨਕ ਦੇ ਜਿਹੜੇ ਘੋੜੇ ਆ ਉਹ ਵੀ ਪੁੱਤਰਾਂ ਦੀਆਂ ਜਿਹੜੀਆਂ ਹੈ ਉਹ ਦਾਤਾਂ ਬਖਸ਼ ਦਿੰਦੇ ਆ। ਜਦ ਇਸ ਤਰ੍ਹਾਂ ਹੈ ਨਾ ਬਾਬਾ ਨੰਦ ਸਿੰਘ ਹੁਣਾਂ ਨੇ ਭਾਈ ਸਰੈਣ ਸਿੰਘ ਨੂੰ ਬਚਨ ਕੀਤੇ। ਉਸ ਟਾਈਮ ਭਾਈ ਸਰੈਣ ਸਿੰਘ ਹੁਣ ਜਦੋਂ ਪਾਣੀ ਗਰਮ ਕਰਦੇ ਸੀਗੇ
ਤੇ ਬਾਬਾ ਨਾਨਕ ਸਿੰਘ ਹੋਣਾ ਦੇ ਬਚਨਾਂ ਦਾ ਐਸਾ ਅਸਰ ਹੋਇਆ ਕਿ ਉਸੇ ਟਾਈਮ ਜਿਹੜਾ ਨਾ ਤਵੀਤ ਲਾ ਕੇ ਜਿਹੜੀ ਬਲਦੀ ਅੱਗ 'ਚ ਸਿੱਟ ਦਿੱਤਾ। ਜਦ ਬਲਦੀ ਅੱਗ 'ਚ ਸਿੱਟਿਆ ਤੇ ਭਾਈ ਸੁਲੱਖਣ ਸਿੰਘ ਨੇ ਉਹੀ ਤਵੀਤ ਚੱਕ ਕੇ ਹੈ ਨਾ ਬਾਬਾ ਨਾਨਕ ਸਿੰਘ ਜੀ ਦੇ ਅੱਗੇ ਰੱਖ ਦਿੱਤਾ। ਤੇ ਬਾਬਾ ਨਾਨਕ ਸਿੰਘ ਹੋਣਾ ਨੇ ਹੈ ਨਾ ਇੱਕ ਛੋਟਾ ਜਿਹਾ ਸੋਟਾ ਲੈ ਕੇ ਉਸ ਤਵੀਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਤੇ ਕੁੱਟਦੇ ਕੁੱਟਦੇ ਨਾ ਬਾਬਾ ਨਾਨਕ ਸਿੰਘ ਹੋਣਾ ਨੇ ਜਿਹੜੇ ਸੀ ਜੋ ਬਚਨ ਸੀ ਉਹ ਮੁਖ ਤੋਂ ਕਹਿਆ, ਕਹਿੰਦੇ ਮੋਲਾ ਸੂਰ ਖਾਣਾ ਤੇਰਾ ਕੀ ਕੰਮ, ਮੋਲਾ ਸੂਰ ਖਾਣਾ ਤੇਰਾ ਕੀ ਕੰਮ। ਇਸ ਤਰ੍ਹਾਂ ਕਰਕੇ 2-4 ਜਿਹੜੇ ਸੋਟੇ ਸੀ ਤਵੀਤ ਦੇ ਮਾਰੇ। ਮਾਰਨ ਤੋਂ ਬਾਅਦ ਹੈ ਨਾ ਤੇ ਬਾਬਾ ਨਾਨਕ ਸਿੰਘ ਨੇ ਉਹ ਜਿਹੜਾ ਤਵੀਤ ਸੀਗਾ ਪਰੇ ਬਗਾ ਮਾਰਿਆ। ਤੇ ਉਸ ਤੋਂ ਬਾਅਦ ਬਾਬਾ ਨਾਨਕ ਸਿੰਘ ਹੋਣਾ ਨੇ ਭਾਈ ਸਰੈਣ ਸਿੰਘ ਨੂੰ ਆਖਿਆ, ਕਹਿੰਦੇ ਭਾਈ ਰੋਗ ਜਿਹੜਾ ਹੈ ਨਾ ਤੈਨੂੰ ਨਹੀਂ ਤੇਰੀ ਘਰਵਾਲੀ ਨੂੰ, ਤੂੰ ਇਸ ਤਰ੍ਹਾਂ ਕਰ ਕਿ ਆਪਣੀ ਘਰਵਾਲੀ ਦਾ ਇਲਾਜ ਕਰ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਸਰੈਣ ਸਿੰਘ ਹੋਣਾ ਨੇ ਹੈ ਨਾ ਬਾਬਾ ਨਾਨਕ ਸਿੰਘ ਹੋਣਾ ਨੂੰ ਆਖਿਆ, ਕਹਿੰਦੇ ਵੀ ਇਲਾਜ ਅਗਰ ਮੈਂ ਆਪਣੀ ਘਰਵਾਲੀ ਦਾ ਕਰਾਉਣਾ ਹੈਗਾ ਤਾਂ ਮੈਨੂੰ ਦੱਸੋ ਵੀ ਮੈਂ ਇਲਾਜ ਕਿੱਥੋਂ ਕਰਾਵਾਂ। ਫਿਰ ਬਾਬਾ ਨਾਨਕ ਸਿੰਘ ਹੋਣੀ ਕਹਿਣ ਲੱਗੇ, ਕਹਿੰਦੇ ਭਾਈ ਕੋਈ ਗੱਲ ਨਹੀਂ, ਕੋਈ ਨਾ ਕੋਈ ਵਿਧੀ ਬਣ ਜਾਊਗੀ, ਤੈਨੂੰ ਕੋਈ ਚੰਗਾ ਹਕੀਮ ਹੈ ਨਾ ਵਾਹਿਗੁਰੂ ਤੈਨੂੰ ਜਿਹੜਾ ਹੈਗਾ ਉਹ ਆਪਣੇ ਆਪ ਹੀ ਮਿਲਾ ਦਊਗਾ ਅਤੇ ਉਹ ਤੇਰੀ ਘਰਵਾਲੀ ਦਾ ਇਲਾਜ ਕਰ ਦਊ। ਦੇਖੋ ਕੁਛ ਦਿਨਾਂ ਬਾਅਦ ਫਿਰ ਭਾਈ ਸਰੈਣ ਸਿੰਘ ਹੋਣੀ ਜਿਹੜੇ ਸੀਗੇ ਬਾਬਾ ਜੀ ਤੋਂ ਆਗਿਆ ਲੈ ਕੇ ਜਦ ਆਪਣੇ ਪਿੰਡ ਗਏ ਅਤੇ ਕੁਦਰਤੀ ਹੈ ਨਾ ਕਾਰਨ ਐਸਾ ਬਣਿਆ ਕਿ ਸੰਤ ਅਰਜਨ ਸਿੰਘ ਇੱਕ ਮਹਾਂਪੁਰਖ ਹੋਏ ਜਿਹੜੇ ਹਕੀਮੀ ਬੜੀ ਜਾਣਦੇ ਹੁੰਦੇ ਸੀ। ਉਹਨਾਂ ਦਾ ਮਿਲਾਪ ਹੈ ਨਾ ਫਿਰ ਭਾਈ ਸਰੈਣ ਸਿੰਘ ਹੋਣਾ ਦੇ ਨਾਲ ਹੋਇਆ ਸੀ। ਜਦ ਹੋਇਆ ਤਾਂ ਭਾਈ ਸਰੈਣ ਸਿੰਘ ਜਿਹੜੇ ਸੀ ਉਹ ਆਪਣੀ ਘਰਵਾਲੀ ਨੂੰ ਲੈ ਕੇ ਹੈ ਨਾ ਸੰਤ ਅਰਜਨ ਸਿੰਘ ਜਿਹੜੇ ਹਕੀਮ ਸੀ ਉਹਨਾਂ ਦੇ ਪਾਸ ਪਹੁੰਚਣ ਤੋਂ ਬਾਅਦ ਹੈ ਨਾ ਅਤੇ ਇਹ ਜਿਹੜੀ ਪੁੱਤਰ ਨਾ ਹੋਣ ਦੀ ਜਿਹੜੀ ਸਾਰੀ ਗੱਲਬਾਤ ਸੀ ਸੰਤ ਅਰਜਨ ਸਿੰਘ ਹੋਣਾ ਨੇ ਸਾਂਝੀ ਕੀਤੀ। ਜਦ ਸੰਤ ਅਰਜਨ ਸਿੰਘ ਹੋਣਾ ਨੇ ਸਾਂਝੀ ਕੀਤੀ, ਸੰਤ ਅਰਜਨ ਸਿੰਘ ਕਹਿੰਦੇ ਵੀ ਭਾਈ ਅਸੀਂ ਤੁਹਾਡਾ ਇਲਾਜ ਨਹੀਂ ਕਰ ਸਕਦੇ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਸਰੈਣ ਸਿੰਘ ਹੁਣੀ ਚੁੱਪ ਕਰ ਗਏ। ਪਰ ਫਿਰ ਯਕਦਮ ਹੀ ਅੰਦਰੋਂ ਸੋਚ ਕੇ ਬੋਲੇ, ਕਹਿਣ ਲੱਗੇ ਕਿ ਮੈਨੂੰ ਤਾਂ ਬਾਬਾ ਨਾਨਕ ਸਿੰਘ ਹੋਣਾ ਨੇ ਭੇਜਿਆ ਹੈਗਾ ਆਪ ਜੀ ਦੇ ਪਾਸ। ਜਦ ਇੰਨੀ ਗੱਲ ਹੋਈ ਤਾਂ ਫਿਰ ਸੰਤ ਅਰਜਨ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਭਾਈ ਫਿਰ ਸਾਨੂੰ ਤਾਂ ਤੇਰੇ ਖਸਮ ਜਿਹੜੇ ਹੈ ਬਾਬਾ ਨਾਨਕ ਸਿੰਘ ਹੋਣੀ ਉਹਨਾਂ ਤੋਂ ਤਾਂ ਬਹੁਤ ਡਰ ਲੱਗਦਾ ਹੈ, ਉਹਨਾਂ ਦਾ ਹੁਕਮ ਤਾਂ ਸਾਨੂੰ ਮੰਨਣਾ ਹੀ ਪਏਗਾ। ਫਿਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਤੇਰੀ ਘਰਵਾਲੀ ਨੂੰ ਅਸੀਂ ਦਵਾਈਆਂ ਦੇ ਦਿੰਦੇ ਹਾਂ, ਪਰ ਗੱਲ ਇਹ ਹੈ ਪਰਹੇਜ਼ ਰੱਖਣਾ ਤੁਹਾਡਾ ਕੰਮ ਹੈਗਾ। ਜਦ ਫਿਰ ਇੰਨੀ ਗੱਲ ਹੋਈ ਸੀ ਫਿਰ ਸਰੈਣ ਸਿੰਘ ਅਤੇ ਉਹਦੀ ਘਰਵਾਲੀ ਪ੍ਰਸੰਨ ਹੋ ਗਏ ਸੀ। ਫਿਰ ਸੰਤ ਅਰਜਨ ਸਿੰਘ ਜਿਹੜੇ ਹਕੀਮ ਸੀ ਉਹਨਾਂ ਨੇ 7 ਪੂਰੀਆਂ ਜਿਹੜੀਆਂ ਸੀਗੀਆਂ ਇਹ ਦਵਾਈ ਦੀਆਂ ਇਹਨਾਂ ਦੀ ਘਰਵਾਲੀ ਨੂੰ ਦਿੱਤੀਆਂ। ਉਸ ਤੋਂ ਬਾਅਦ ਜਦੋਂ ਭਾਈ ਸਰੈਣ ਸਿੰਘ ਹੋਣੀ ਜਿਹੜੇ ਸੀ ਦਵਾਈ ਦੀਆਂ ਪੂੜੀਆਂ ਲੈ ਕੇ ਉਹ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਜਦ ਵਾਪਸ ਆਪਣੇ ਘਰ ਆ ਰਹੇ ਸੀ, ਰਸਤੇ ਦੇ ਵਿੱਚ ਭਾਈ ਸਰੈਣ ਸਿੰਘ ਹੋਣਾ ਦਾ ਮਿੱਤਰ ਮਿਲਿਆ ਜੋ ਡਾਕਟਰ ਸੀਗਾ। ਉਹਨੇ ਫਿਰ ਜਦ ਹਾਲ ਚਾਲ ਪੁੱਛਿਆ ਸੀ ਨਾ ਭਾਈ ਸਰੈਣ ਸਿੰਘ ਹੋਣਾ ਦਾ, ਫਿਰ ਭਾਈ ਸਰੈਣ ਸਿੰਘ ਨੇ ਦੱਸਿਆ ਸੀਗਾ ਕਿ ਅਸੀਂ ਹੈ ਨਾ ਸੰਤ ਅਰਜਨ ਸਿੰਘ ਹੋਣਾ ਦੇ ਪਾਸ ਗਏ ਸੀ ਅਤੇ ਉਹਨਾਂ ਨੇ ਸਾਨੂੰ ਜਿਹੜੀ ਸੀ ਇਹ ਦਵਾਈਆਂ ਦਿੱਤੀਆਂ ਹੈਗੀਆਂ ਅਤੇ ਤਾਂ ਜੋ ਜਿਹੜੀ ਮੇਰੀ ਘਰਵਾਲੀ ਦਾ ਜੋ ਰੋਗ ਹੈ ਨਾ ਠੀਕ ਹੋਵੇ। ਜਦ ਇਹ ਡਾਕਟਰ ਮਿੱਟਰ ਨੇ ਕਿਹਾ ਵੀ ਚੱਲ ਇੱਦਾਂ ਕਰੋ ਮੈਨੂੰ ਦਵਾਈਆਂ ਦਿਖਾਓ, ਕਿਹੋ ਜਿਹੀਆਂ ਦਵਾਈਆਂ ਦਿੱਤੀਆਂ। ਅਤੇ ਜਦ ਭਾਈ ਸਰੈਣ ਸਿੰਘ ਹੋਣਾ ਨੇ ਦਵਾਈਆਂ ਦੀਆਂ ਪੁੜੀ ਕੱਢ ਕੇ ਜਿਹੜੀ ਸੀ ਉਹ ਆਪਣੇ ਡਾਕਟਰ ਮਿੱਤਰ ਨੂੰ ਦਿਖਾ ਲਈ। ਤਾਂ ਡਾਕਟਰ ਮਿੱਤਰ ਕਹਿਣ ਲੱਗਾ ਵੀ ਭਾਈ ਇਹ ਤਾਂ ਸਵਾਦ ਦੀਆਂ ਪੁੜੀਆਂ ਹੈਗੀਆਂ, ਇਹਦੇ ਨਾਲ ਤੁਹਾਨੂੰ ਕੀ ਆਰਾਮ ਆ ਜਾਣਾ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਭਾਈ ਸਰੈਣ ਸਿੰਘ ਹੋਣੀ ਜਿਹੜੇ ਸੀ ਥੋੜ੍ਹੇ ਰੋਹ ਵਿੱਚ ਆਏ। ਉਹਨਾਂ ਨੇ ਕਿਹਾ ਵੀ ਤੂੰ ਇਸ ਸਵਾਦ ਦੀਆਂ ਪੁੜੀਆਂ ਵੱਲ ਨਾ ਦੇਖ, ਇਸ ਦੇ ਖਸਮ ਵੱਲ ਦੇਖ, ਇਹਦਾ ਜਿਹੜਾ ਖਸਮ ਹੈਗਾ ਉਹ ਕਿੱਡਾ ਵੱਡਾ ਹੈਗਾ। ਇਹ ਸੁਣ ਕੇ ਫਿਰ ਡਾਕਟਰ ਚੁੱਪ ਕਰ ਗਿਆ ਸੀਗਾ। ਫਿਰ ਭਾਈ ਸਰੈਣ ਸਿੰਘ ਹੋਣਾ ਨੇ ਦੇਖੋ ਆਪਣੀ ਘਰਵਾਲੀ ਨੂੰ ਜਿਹੜੀ ਦਵਾਈ ਦਿੱਤੀ ਸੀ ਪਰਹੇਜ਼ ਦੇ ਨਾਲ ਖਿਲਾਈ ਆ, ਐਸੀ ਕਿਰਪਾ ਹੋਈ ਆ। ਫਿਰ ਸਾਲ ਬਾਅਦ ਭਾਈ ਸਰੈਣ ਸਿੰਘ ਹੋਣਾ ਦਾ ਜਿਹੜਾ ਸੀਗਾ ਉਹ ਪੁੱਤਰ ਦੀ ਦਾਤ ਹੋਈ। ਜਦ ਪੁੱਤਰ ਦੀ ਦਾਤ ਹੋਈ ਫਿਰ ਬੜੀਆਂ ਖੁਸ਼ੀਆਂ ਹੋਈਆਂ। ਪਰ ਜਿਹੜਾ ਉਹ ਪੁੱਤਰ ਸੀਗਾ ਉਹ ਪੁੱਤਰ ਕੁਛ ਦੇਰ ਬਾਅਦ ਭਾਈ ਸਰੈਣ ਸਿੰਘ ਹੋਣਾ ਦੀ ਅਣਗਹਿਲੀ ਦੇ ਕਾਰਨ ਹੈ ਨਾ ਰੱਬ ਨੂੰ ਪਿਆਰਾ ਹੋ ਗਿਆ। ਜਦ ਉਹਦੀ ਮੌਤ ਹੋਈ ਆ ਫਿਰ ਇਹ ਇਕੱਠੇ ਹੋ ਕੇ ਬਾਬਾ ਨਾਨਕ ਸਿੰਘ ਹੋਣਾ ਦੇ ਪਾਸ ਗਏ। ਫਿਰ ਬਾਬਾ ਨਾਨਕ ਸਿੰਘ ਹੋਣਾ ਨੇ ਕਿਹਾ ਕਿ ਕਹਿੰਦੇ ਚੰਗਾ ਭਾਈ ਤੂੰ ਕੋਈ ਫਿਕਰ ਨਾ ਕਰ, ਵਾਹਿਗੁਰੂ ਤੇਰੇ 'ਤੇ ਫਿਰ ਦੁਬਾਰਾ ਕਿਰਪਾ ਕਰੂਗਾ। ਦੇਖੋ ਸਾਲ ਬਾਅਦ ਫਿਰ ਭਾਈ ਸਰੈਣ ਸਿੰਘ ਹੋਣਾ ਦੇ ਦੂਸਰਾ ਪੁੱਤਰ ਹੋਇਆ। ਜਦ ਦੂਸਰਾ ਪੁੱਤਰ ਹੋਇਆ ਤਾਂ ਫਿਰ ਬਾਬਾ ਜੀ ਦੇ ਪਾਸ ਪਹੁੰਚੇ। ਫਿਰ ਬਾਬਾ ਜੀ ਨੇ ਆਖਿਆ, ਕਹਿਣ ਲੱਗੇ ਭਾਈ ਸਰੈਣ ਸਿੰਘ ਕਿ ਤੈਨੂੰ ਵਾਹਿਗੁਰੂ ਨੇ ਪੁੱਤਰ ਦਿੱਤਾ, ਪਰ ਹੁਣ ਘਰ ਦੇ ਵਿੱਚ ਇਸ ਤਰ੍ਹਾਂ ਕਰਨੀ ਆ ਕਿ ਇਹ ਜਿਹੜਾ ਪੁੱਤਰ ਤੇਰਾ ਹੈਗਾ ਹੈ ਨਾ ਇਹਦੀ ਸਲਾਮਤੀ ਦੇ ਵਾਸਤੇ ਘਰ ਦੇ ਵਿੱਚ ਨਾ ਮਾਸ ਅਤੇ ਨਾ ਸ਼ਰਾਬ ਇਹਦੀ ਵਰਤੋਂ ਬਿਲਕੁਲ ਨਹੀਂ ਕਰਨੀ। ਜਦ ਇੰਨੀ ਗੱਲ ਬਾਬਾ ਨਾਨਕ ਸਿੰਘ ਹੋਣਾ ਨੇ ਆਖੀ ਸੀਗੀ ਅਤੇ ਭਾਈ ਸਰੈਣ ਸਿੰਘ ਹੋਣੀ 7 ਵਚਨ ਕਹਿ ਕੇ ਚਲੇ ਗਏ ਸੀਗੇ। ਜਦ ਗਏ ਆ ਅਤੇ ਜਦੋਂ ਪੁੱਤਰ ਦੀ ਜਿਹੜੀ ਸੀਗੀ ਖਬਰ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ ਜਿਹੜੀ ਸੀ ਪਤਾ ਲੱਗੀ, ਫਿਰ ਰਿਸ਼ਤੇਦਾਰ ਇਕੱਠੇ ਹੋਏ ਅਤੇ ਇਕੱਠੇ ਹੋ ਕੇ ਤਾਂ ਫਿਰ ਉਹਨਾਂ ਨੇ ਜਿਹੜੀ ਸੀ ਬੜੀਆਂ ਵਧਾਈਆਂ ਭਾਈ ਸਰੈਣ ਸਿੰਘ ਹੋਣਾ ਨੂੰ ਦਿੱਤੀਆਂ ਸੀ। ਪਰ ਉਸ ਟਾਈਮ ਭਾਈ ਸਰੈਣ ਸਿੰਘ ਹੋਣਾ ਦਾ ਇੱਕ ਮਾਮਾ ਸੀ ਜਿਹਦਾ ਨਾਂ ਸੀ ਸਾਵਣ ਸਿੰਘ। ਫਿਰ ਸਾਵਣ ਸਿੰਘ ਜਿਹੜਾ ਮਾਮਾ ਸੀ ਨੇ ਜ਼ੋਰ ਦਿੱਤਾ ਕਿ ਘਰ ਪੁੱਤਰ ਹੋਇਆ ਹੈਗਾ, ਇਸ ਕਰਕੇ ਖੁਸ਼ੀ ਤਾਂ ਜ਼ਰੂਰ ਕਰਨੀ ਆ।
ਉਹ ਜਾ ਕੇ ਬਾਜੇ ਵਾਲਿਆਂ ਨੂੰ ਲੈ ਆਇਆ, ਢੋਲ ਵਾਲਿਆਂ ਨੂੰ ਲੈ ਆਇਆ। ਜਦ ਬਾਜੇ ਤੇ ਢੋਲ ਵਾਲੇ ਆ ਗਏ, ਫਿਰ ਇਹਦੇ ਮਾਮੇ ਜਿਹਦਾ ਨਾਂ ਸਾਵਣ ਸਿੰਘ ਸੀਗਾ, ਉਸਨੇ ਫਿਰ ਜਾਣੀ ਕਿ ਇਸੇ ਹੀ ਖੁਸ਼ੀ ਦੇ ਵਿੱਚ ਨਾ ਸ਼ਰਾਬ ਦੇ ਦੌਰ ਚਲਾਤੇ। ਜਦ ਘਰ 'ਚ ਸ਼ਰਾਬ ਵਰਤਣ ਲੱਗ ਪਈ, ਬਸ ਭੱਜ ਅਤੇ ਬੈਂਡ ਬਾਜੇ ਵੱਜਣ ਲੱਗੇ, ਭੰਗੜੇ ਨੱਚਣ ਲੱਗੇ। ਜਿਉਂ-ਜਿਉਂ ਜਿਹੜਾ ਸੀਗਾ ਇਹ ਸ਼ੋਰਗੁਲ ਵੱਧਦਾ ਗਿਆ, ਉੱਧਰ ਜਿਹੜਾ ਪੁੱਤਰ ਜੰਮਿਆ ਸੀਗਾ ਉਹਦਾ ਜਿਹੜਾ ਸਾਹ ਰਗ ਸੀਗਾ ਉਹ ਘੁੱਟਣਾ ਸ਼ੁਰੂ ਹੋ ਗਿਆ। ਅਤੇ ਐਸਾ ਜਿਹੜਾ ਸੀਗਾ ਉਹ ਪੁੱਤਰ ਦੇ ਉੱਤੇ ਅਸਰ ਹੋਇਆ ਕਿ ਬਾਬਾ ਨੰਦ ਸਿੰਘ ਹੋਣਾ ਨੇ ਜਿਹੜੇ ਬਚਨ ਕਹੇ ਸੀ ਕਿ ਘਰ ਦੇ ਵਿੱਚ ਸ਼ਰਾਬ ਅਤੇ ਮੀਟ ਬਿਲਕੁਲ ਨਹੀਂ ਵਰਤਣਾ। 7 ਦਿਨ ਬਾਅਦ ਫਿਰ ਜਿਹੜਾ ਦੂਸਰਾ ਪੁੱਤਰ ਸੀ ਇਹਦੀ ਮੌਤ ਹੋ ਗਈ। ਜਦ ਇਹ ਵੀ ਰੱਬ ਨੂੰ ਪਿਆਰਾ ਹੋ ਗਿਆ, ਫਿਰ ਕੀ ਹੋ ਸਕਦਾ ਸੀ। ਫਿਰ ਸਾਰੇ ਇਕੱਠੇ ਹੋ ਕੇ ਬਾਬਾ ਨੰਦ ਸਿੰਘ ਹੋਣਾ ਪਾਸ ਪਹੁੰਚੇ। ਫਿਰ ਬਾਬਾ ਨੰਦ ਸਿੰਘ ਹੋਣਾ ਦੇ ਪਾਸ ਜਦ ਜ਼ਿਆਦਾ ਬੇਨਤੀਆਂ ਕਰਨ ਲੱਗੇ, ਰੋਣ ਲੱਗੇ, ਫਿਰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਤੁਸੀਂ ਬਚਨ ਤਾਂ ਨਹੀਂ ਮੰਨਿਆ, ਚਲੋ ਅਗਰ ਤੁਸੀਂ ਹੁਣ ਵੀ ਆਏ ਆ ਅਤੇ ਵਾਹਿਗੁਰੂ ਕਿਰਪਾ ਕਰੂਗਾ। ਹੁਣ ਅੱਗੇ ਜੋ ਹੋਊਗਾ ਉਹ ਹੁਣ ਮਾਲਕ ਜਾਣੇ, ਪਰ ਅਗਰ ਤੁਸੀਂ ਬਚਨਾਂ ਦੇ ਕਾਇਮ ਰਹੋਗੇ ਫਿਰ ਤੁਹਾਨੂੰ ਪੁੱਤਰ ਜਿਹੜਾ ਹੈਗਾ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਸੀ ਉਹ ਪ੍ਰਾਪਤ ਹੋ ਜਾਵੇ। ਫਿਰ ਜਦ ਇੰਨੀ ਗੱਲ ਹੋਈ ਸੀ, ਉਸ ਤੋਂ ਬਾਅਦ ਦੇਖੋ ਇਹਨਾਂ ਦੇ ਇੱਕ ਨਾ ਭਰਾ ਸੀਗੇ ਭਾਈ ਸਰੈਣ ਸਿੰਘ ਹੋਣਾ ਦੇ। ਇਹ ਜਿਹੜੇ ਇਹਨਾਂ ਦੇ ਭਰਾ ਸੀ, ਬਸ ਇਹਨਾਂ ਭਰਾਵਾਂ ਦੇ ਘਰ ਦੇ ਵਿੱਚ ਹੈ ਨਾ ਜਿਹੜੀ ਇਹਨਾਂ ਦੀ ਘਰ ਵਾਲੀ ਸੀ ਉਹ ਗਰਭਵਤੀ ਹੋਈ। ਅਤੇ ਇਹਨਾਂ ਦੇ ਜਿਹੜੇ ਭਰਾ ਸੀ ਉਹਨਾਂ ਦਾ ਨਾਂ ਸੀ ਕੁਸ਼ਾਲ ਸਿੰਘ। ਫਿਰ ਕੁਸ਼ਾਲ ਸਿੰਘ ਦੇ ਘਰ 2 ਜੋੜੇ ਪੁੱਤਰ ਹੋਏ ਸੀ। ਅਤੇ ਜਦੋਂ ਕੁਸ਼ਾਲ ਸਿੰਘ ਜਿਹੜੇ ਸੀ ਪੁੱਤਰਾਂ ਦੀ ਖੁਸ਼ੀ ਵਾਸਤੇ ਬਾਬਾ ਨੰਦ ਸਿੰਘ ਹੋਣਾ ਤੋਂ ਸੀਸ ਲੈਣ ਗਏ, ਅਤੇ ਫਿਰ ਬਾਬਾ ਨੰਦ ਸਿੰਘ ਹੋਣਾ ਨੇ ਕੁਸ਼ਾਲ ਸਿੰਘ ਹੋਣਾ ਨੂੰ ਕਿਹਾ ਸੀ ਕਿ ਇੱਕ ਪੁੱਤਰ ਤੁਹਾਡਾ ਹੈਗਾ ਅਤੇ ਇੱਕ ਪੁੱਤਰ ਜਿਹੜਾ ਹੈਗਾ ਉਹ ਸਰੈਣ ਸਿੰਘ ਦਾ ਹੈਗਾ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਭਾਈ ਜਿਹੜੇ ਕੁਸ਼ਾਲ ਸਿੰਘ ਸੀਗੇ ਉਹਨਾਂ ਨੇ ਫਿਰ ਬਾਬਾ ਜੀ ਦੇ ਬਚਨਾਂ ਦੇ ਅੱਗੇ ਮੱਥਾ ਟੇਕਤਾ ਸੀ। ਉਸ ਟਾਈਮ ਬਾਬਾ ਨੰਦ ਸਿੰਘ ਹੋਣਾ ਨੇ ਇੱਕ ਪੁੱਤਰ ਜਿਹੜਾ ਸੀਗਾ ਉਹ ਤਾਂ ਭਾਈ ਕੁਸ਼ਾਲ ਸਿੰਘ ਹੋਣਾ ਨੂੰ ਦੇ ਦਿੱਤਾ, ਸੀਸ ਦੇ ਉੱਤੇ, ਸਿਰ ਦੇ ਉੱਤੇ, ਮਸਤਕ 'ਤੇ ਹੱਥ ਰੱਖ ਕੇ। ਅਤੇ ਦੂਸਰਾ ਜਿਹੜਾ ਪੁੱਤਰ ਸੀਗਾ ਉਹ ਭਾਈ ਸਰੈਣ ਸਿੰਘ ਜੀ ਦੀ ਘਰ ਵਾਲੀ ਦੀ ਝੋਲੀ ਬਾਬਾ ਨੰਦ ਸਿੰਘ ਹੋਣਾ ਨੇ ਆਪ ਜਿਹੜਾ ਸੀ ਉਹ ਪੁੱਤਰ ਪਵਾਤਾ ਸੀਗਾ। ਸੋ ਦੇਖੋ ਫਿਰ ਘਰ ਦੇ ਵਿੱਚ ਐਸੀਆਂ ਖੁਸ਼ੀਆਂ ਹੋਈਆਂ। ਫਿਰ ਦੋਨੇ ਜਿਹੜੇ ਜੀ ਸੀਗੇ ਜਾਂ ਦੋਨੇ ਜਿਹੜੇ ਜੋੜੇ ਪੁੱਤਰ ਹੋਏ ਸੀ, ਇੱਕ ਭਾਈ ਕੁਸ਼ਾਲ ਸਿੰਘ ਦਾ ਹੋ ਗਿਆ ਸੀ ਅਤੇ ਇੱਕ ਭਾਈ ਸਰੈਣ ਸਿੰਘ ਹੋਣਾ ਦਾ ਹੋ ਗਿਆ ਸੀਗਾ। ਅਤੇ ਘਰ ਦੇ ਵਿੱਚ ਫਿਰ ਦੁਬਾਰਾ ਖੁਸ਼ੀਆਂ ਹੋ ਗਈਆਂ ਸੀ, ਦੁਬਾਰਾ ਫਿਰ ਬਾਜੇ ਵੱਜਣ ਲੱਗ ਪਏ ਸੀ। ਅਤੇ ਬਾਬਾ ਨੰਦ ਸਿੰਘ ਹੋਣਾ ਨੇ ਇਹ ਬਚਨ ਜਿਹੜਾ ਸੀਗਾ ਜੋ ਉਹਨਾਂ ਦੀ ਰਚਨਾ ਤੋਂ ਨਿਕਲਿਆ ਸੀਗਾ ਕਿ ਵਾਹਿਗੁਰੂ ਜਿਹੜਾ ਹੈਗਾ ਉਹ ਆਪ ਨੂੰ ਪੁੱਤਰ ਤਾਂ ਜ਼ਰੂਰ ਦਊਗਾ, ਪਰ ਕਿਸ ਤਰ੍ਹਾਂ ਦਊਗਾ ਇਹ ਉਹ ਹੀ ਜਾਣਦਾ। ਪਰ ਅੱਜ ਇਹ ਕਾਰਨ ਐਸਾ ਬਣਿਆ ਕਿ ਕੁਸ਼ਾਲ ਸਿੰਘ ਹੋਣਾ ਦੇ ਜੋੜੇ ਪੁੱਤਰ ਹੋਏ। ਇੱਕ ਪੁੱਤਰ ਭਾਈ ਕੁਸ਼ਾਲ ਸਿੰਘ ਹੋਣਾ ਨੂੰ ਅਤੇ ਦੂਸਰਾ ਪੁੱਤਰ ਜਿਹੜਾ ਸੀਗਾ ਉਹ ਭਾਈ ਸਰੈਣ ਸਿੰਘ ਹੋਣਾ ਨੂੰ ਬਾਬਾ ਜੀ ਨੇ ਦਿੱਤਾ ਸੀ। ਅਤੇ ਇਸ ਤਰ੍ਹਾਂ ਹੁਣ ਦੋਨੇ ਟੱਬਰ ਬਾਬਾ ਨੰਦ ਸਿੰਘ ਹੋਣਾ ਦੇ ਜਸ ਗੁਣ ਦੇ ਕਦੀ ਨਹੀਂ ਸੀ ਥੱਕਦੇ। ਸੋ ਦੱਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕੋ ਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।